ਅੱਜਕੱਲ ਦੇਖਣ ਨੂੰ ਆਉਂਦਾ ਹੈ ਕਿ ਜਦ ਵੀ ਕਿਸੇ ਨੂੰ ਬੁਖਾਰ ਆਉਂਦਾ ਹੈ ਜਾਂ ਬਾਡੀ ਵਿੱਚ ਪੇਨ ਹੁੰਦਾ ਹੈ ਜਾਂ ਕਈ ਵਾਰੀ ਹੈਡੇਕ ਹੁੰਦਾ ਹੈ ਤਾਂ ਪੈਰਾਸੀਟਾਮੋਲ ਨਾਮ ਦੀ ਦਵਾਈ ਲੈ ਲਿੱਤੀ ਜਾਂਦੀ ਹੈ। ਪੈਰਾਸੀਟਾਮੋਲ ਕੰਪਾਊਂਡ ਜੋ ਹੈ ਇਹ ਟਾਈਲੇਨੋਲ, ਡੋਲੋ ਅਤੇ ਹੋਰ ਵੀ ਬੜੀ ਸਾਰੀ ਬ੍ਰਾਂਡਸ ਦੁਆਰਾ ਸੈਲ ਕੀਤਾ ਜਾਂਦਾ ਹੈ। ਪਰ ਕੀ ਤੁਸੀਂ ਕਦੀ ਸੋਚਿਆ ਕਿ ਇਸ ਦਵਾਈ ਲੈਣ ਦੇ ਸਾਈਡ ਇਫੈਕਟ ਕਿੰਨੇ ਕੁ ਹੋ ਸਕਦੇ ਨੇ ਜਾਂ ਫਿਰ ਇਸ ਦਵਾਈ ਦੀ ਐਫੀਕੈਸੀ ਕਿੰਨੀ ਕੁ ਹੈ? ਫੋਰ ਐਗਜ਼ਾਮਪਲ, ਜਦ ਤੁਹਾਡਾ ਫੀਵਰ ਵੱਧਦਾ ਹੈ ਤੁਸੀਂ ਪੈਰਾਸੀਟਾਮੋਲ ਲੈ ਲੈਂਦੇ ਹੋ ਤੇ ਤੁਹਾਡਾ ਫੀਵਰ ਦਾ ਟੈਂਪਰੇਚਰ ਥੋੜਾ ਘਟ ਜਾਂਦਾ ਹੈ। ਹੁਣ ਮੇਰਾ ਕੁਐਸਚਨ ਇੱਥੇ ਇਹ ਹੈ ਕਿ ਇਸ ਫੀਵਰ ਦੇ ਘਟਾਉਣ ਨਾਲ ਕੀ ਤੁਹਾਡੀ ਹੈਲਥ ਦੇ ਉੱਤੇ ਲੌਂਗ ਟਰਮ ਵਿੱਚ ਸਾਈਡ ਇਫੈਕਟ ਨਹੀਂ ਹੁੰਦਾ? ਕੀ ਇਸ ਬਾਰੇ ਤੁਹਾਨੂੰ ਪਤਾ ਹੈ? ਔਰ ਸੈਕੰਡਲੀ, ਕੀ ਤੁਹਾਨੂੰ ਪਤਾ ਹੈ ਕਿ ਫੀਵਰ ਤੁਹਾਡੇ ਵਾਸਤੇ ਮਾੜਾ ਨਹੀਂ ਹੈ? ਐਕਚੁਅਲੀ ਵਿੱਚ ਫੀਵਰ ਸਾਡੀ ਬਾਡੀ ਦਾ ਇੱਕ ਇਮਿਊਨ ਰਿਸਪੌਂਸ ਹੈ, ਜਿਸ ਦਾ ਮਤਲਬ ਹੈ ਕਿ ਸਾਡੀ ਬਾਡੀ ਦੇ ਵਿੱਚ ਕੋਈ ਟੌਕਸਿਨਸ ਇਕੱਠੇ ਹੋ ਗਏ ਨੇ ਅਤੇ ਕੋਈ ਪ੍ਰੋਬਲਮ ਆਈ ਹੈ ਜਿਸ ਨੂੰ ਸੋਲਵ ਕਰਨ ਵਾਸਤੇ ਬਾਡੀ ਨੇ ਆਪਣਾ ਟੈਂਪਰੇਚਰ ਖੁਦ ਹੀ ਰੇਜ਼ ਕੀਤਾ ਹੈ। ਦਿਸ ਇਜ਼ ਐਨ ਇਮਿਊਨ ਰਿਸਪੌਂਸ। Fever itself is not a disease and this is proven in scientific literature also। 2005 ਵਿੱਚ ਇੱਕ ਬਹੁਤ ਵੱਡੀ ਸਟੱਡੀ ਕੀਤੀ ਗਈ। ਇਸ ਸਟੱਡੀ ਵਿੱਚ ਵੇਖਿਆ ਗਿਆ ਕਿ ਅਸੀਂ ਪਤਾ ਤਾਂ ਕਰੀਏ ਕਿ ਫੀਵਰ ਵਿੱਚ ਪੈਰਾਸੀਟਾਮੋਲ ਲੈਣ ਦੇ ਨਾਲ ਕੀ ਸਾਡੇ ਚਾਂਸਸ ਆਫ ਸਰਵਾਈਵਲ ਯਾਨੀ ਸਾਡੀ ਜੀਵਨ ਜੀਣ ਦੀ ਸ਼ਮਤਾ ਵੱਧਦੀ ਹੈ ਜਾਂ ਫਿਰ ਸਾਡੀ ਕੁਆਲਿਟੀ ਆਫ ਲਾਈਫ ਵੱਧਦੀ ਹੈ। ਤਾਂ ਦੋ ਗਰੁੱਪਸ ਬਣਾ ਲਏ ਗਏ। ਇਹ ਜਿਹੜੀ ਸਟੱਡੀ ਸੀ ਇਹ ਬਹੁਤ ਹੀ ਕ੍ਰਿਟੀਕਲੀ ਇਲ ਯਾਨੀ ਬਹੁਤ ਜ਼ਿਆਦਾ ਬਿਮਾਰ ਲੋਕਾਂ ਦੇ ਉੱਤੇ ਜਿਹੜੇ ICU ਵਿੱਚ ਐਡਮਿਟ ਸੀ ਉਹਨਾਂ ਵਿੱਚ ਕੀਤੀ ਗਈ। ਤਾਂ ਦੋ ਗਰੁੱਪਸ ਬਣਾ ਲਏ ਗਏ ICU ਵਿੱਚ। ਇੱਕ ਉਹ ਗਰੁੱਪ ਜਿਨ੍ਹਾਂ ਨੂੰ 101 ਡਿਗਰੀ ਫਾਰਨਹਾਈਟ ਤੋਂ ਉੱਤੇ ਟੈਂਪਰੇਚਰ ਜਾਣ ਦੇ ਟਾਈਮ ਹੀ ਉਹਨਾਂ ਨੂੰ ਪੈਰਾਸੀਟਾਮੋਲ ਦੇ ਕੇ ਟੈਂਪਰੇਚਰ ਘਟਾ ਦਿੱਤਾ ਜਾਂਦਾ ਸੀਗਾ। ਔਰ ਜਿਹੜਾ ਦੂਜਾ ਗਰੁੱਪ ਸੀਗਾ ਉਹਨਾਂ ਨੂੰ 104 ਡਿਗਰੀ ਬੁਖਾਰ 104 ਡਿਗਰੀ ਫਾਰਨਹਾਈਟ ਤੱਕ ਕੋਈ ਵੀ ਦਵਾਈ ਕੋਈ ਵੀ ਪੈਰਾਸੀਟਾਮੋਲ ਨਹੀਂ ਦਿੱਤੀ ਜਾਂਦੀ ਸੀ। ਔਰ ਕੁਝ ਹੀ ਦਿਨਾਂ ਵਿੱਚ ਰਿਜ਼ਲਟ ਸਾਹਮਣੇ ਆ ਗਿਆ। ਔਰ ਕੀ ਦੇਖਿਆ ਗਿਆ ਕਿ ਜਿਸ ਗਰੁੱਪ ਦੇ ਵਿੱਚ ਪੈਰਾਸੀਟਾਮੋਲ 101 ਦੇ ਬਾਅਦ ਦੇ ਦਿੱਤੀ ਜਾਂਦੀ ਸੀ ਯਾਨੀ ਜ਼ਿਆਦਾ ਪੈਰਾਸੀਟਾਮੋਲ ਦਿੱਤੀ ਜਾਂਦੀ ਸੀ, ਉਹਦੇ ਵਿੱਚ 7 ਲੋਕਾਂ ਦੀ ਮੌਤ ਹੋਈ, 7 ਡੈਥਸ। ਔਰ ਜਿਸ ਗਰੁੱਪ ਵਿੱਚ 104 ਤੱਕ ਕੋਈ ਪੈਰਾਸੀਟਾਮੋਲ ਨਹੀਂ ਦਿੱਤੀ ਜਾਂਦੀ ਸੀ ਯਾਨੀ ਪੈਰਾਸੀਟਾਮੋਲ ਬਹੁਤ ਹੀ ਘੱਟ ਦਿੱਤੀ ਜਾਂਦੀ ਸੀ, ਉਸ ਗਰੁੱਪ ਵਿੱਚ ਸਿਰਫ ਇੱਕ ਬੰਦੇ ਦੀ ਮੌਤ ਹੋਈ। ਸੋ ਪੈਰਾਸੀਟਾਮੋਲ ਨਾ ਲੈਣ ਵਾਲੇ ਗਰੁੱਪ ਵਿੱਚ ਇੱਕ ਬੰਦੇ ਦੀ ਮੌਤ ਔਰ ਪੈਰਾਸੀਟਾਮੋਲ ਲੈਣ ਵਾਲੇ ਗਰੁੱਪ ਵਿੱਚ 7 ਬੰਦਿਆਂ ਦੀ ਮੌਤ। ਯਾਨੀ ਕਿ ਕ੍ਰਿਟੀਕਲੀ ਇਲ ਪੇਸ਼ੈਂਟਸ ਜਿਹੜੇ ਹੁੰਦੇ ਨੇ ਉਹਨਾਂ ਵਿੱਚ ਡੈਥ ਤਾਂ ਹੁਣ ਇਨਸਾਨ ਬਣਿਆ ਹੈ ਤੇ ਡੈਥ ਤਾਂ ਇੱਕ ਦਿਨ ਕਿਸੇ ਸਾਰਿਆਂ ਦੀ ਹੋਣੀ ਹੀ ਹੈ, ਲੇਕਿਨ ਕੀ ਪੈਰਾਸੀਟਾਮੋਲ ਲੈਣ ਦੇ ਨਾਲ ਬੁਖਾਰ ਘਟਾਉਣ ਦੇ ਨਾਲ ਸਾਡੀ ਚਾਂਸਸ ਆਫ ਲਿਵਿੰਗ ਜ਼ਿਆਦਾ ਹੋ ਜਾਣਗੀਆਂ? ਸੋ ਇਸ ਸਟੱਡੀ ਵਿੱਚ ਪਤਾ ਲੱਗਿਆ ਕਿ ਇਸ ਤਰ੍ਹਾਂ ਨਹੀਂ ਹੈ, ਬਲਕਿ ਪੈਰਾਸੀਟਾਮੋਲ ਲੈਣ ਦੇ ਨਾਲ ਉੱਪਰ ਜਾਣ ਦੀ ਚਾਂਸ ਵੱਧ ਸਕਦੀ ਹੈ। ਸੋ ਕਹਿਣ ਦਾ ਮਤਲਬ ਸਾਇੰਟੀਫਿਕ ਲਿਟਰੇਚਰ ਵਿੱਚ ਜੋ ਚੀਜ਼ ਲਿਖੀ ਹੋਈ ਹੈ ਉਸ ਚੀਜ਼ ਨੂੰ ਅਸੀਂ ਬਿਲਕੁਲ ਇਗਨੋਰ ਕਰ ਚੁੱਕੇ ਹਾਂ। ਕਾਫੀ ਡਾਕਟਰਸ ਔਰ ਪੀਡੀਆਟ੍ਰੀਸ਼ੀਅਨਸ ਇਸ ਬਾਰੇ ਲੋਕਾਂ ਨੂੰ ਦੱਸਦੇ ਹੀ ਨਹੀਂ। ਜਦ ਵੀ ਬੁਖਾਰ ਆਉਂਦਾ ਹੈ ਤੇ ਫਟਾਫਟ ਪੈਰਾਸੀਟਾਮੋਲ ਲਿਖ ਕੇ ਦੇ ਦਿੰਦੇ ਨੇ। ਕੀ ਇਸ ਦੇ ਪਿੱਛੇ ਕੋਈ ਐਵੀਡੈਂਸ ਹੈ? ਇਹ ਸਾਰੀ ਗੱਲਾਂ ਮੈਂ ਤੁਹਾਡੇ ਨਾਲ ਅੱਜ ਕਰਨੀ ਚਾਹੁੰਦਾ ਸੀ। ਦੇਖੋ, ਕੋਰੋਨਾ ਦੀ ਨਈ ਵੇਵਾਂ ਦੀ ਗੱਲ ਚੱਲ ਰਹੀ ਹੈ ਕਿ ਇੱਕ ਹੋਰ ਵੇਵ ਆਏਗੀ। ਇੱਕ ਸੱਚਾਈ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ, ਖਾਂਸੀ, ਜ਼ੁਕਾਮ, ਬੁਖਾਰ ਇਹਨਾਂ ਨੂੰ ਰੋਕਿਆ ਨਹੀਂ ਜਾ ਸਕਦਾ ਦਵਾਈਆਂ ਦੇ ਨਾਲ। ਇਹ ਹਰ ਸਾਲ ਆਉਣਗੀਆਂ ਹੀ ਆਉਣਗੀਆਂ। ਕਈ ਲੋਕਾਂ ਨੂੰ ਬੁਖਾਰ, ਜ਼ੁਕਾਮ, ਖਾਂਸੀ ਲੱਗੇਗਾ ਹੀ ਲੱਗੇਗਾ। ਫਿਰ ਤੁਸੀਂ ਫਲੂ ਸ਼ਾਟ ਲਗਾਓ, ਕੋਰੋਨਾ ਦਾ ਟੀਕਾ ਲਗਾਓ, ਪੈਰਾਸੀਟਾਮੋਲ ਲਓ, ਜੋ ਮਰਜ਼ੀ ਕਰ ਲਓ, ਕੋਈ ਦਵਾਈ ਇਸ ਨੂੰ ਨਹੀਂ ਰੋਕ ਸਕਦੀ। ਬਲਕਿ ਫਲੂ ਸ਼ਾਟ ਲੈਣ ਦੇ ਨਾਲ, ਕੋਰੋਨਾ ਦਾ ਟੀਕਾ ਲੈਣ ਦੇ ਨਾਲ ਦੁਨੀਆ ਭਰ ਦੇ ਲੋਕਾਂ ਨੂੰ ਕਿੰਨੇ ਹੀ ਤਰ੍ਹਾਂ ਦੇ ਸਾਈਡ ਇਫੈਕਟਸ ਆਏ ਨੇ। ਉਹ ਤੁਸੀਂ ਮੇਰੀ ਪਿਛਲੀ ਬੁੱਕ ਦ ਵੈਕਸੀਨ ਕ੍ਰਾਈਮ ਰਿਪੋਰਟ ਵਿੱਚ ਪੜ੍ਹ ਚੁੱਕੇ ਹੋ, ਜੋ ਅੱਜ ਦੀ ਡੇਟ ਵਿੱਚ Amazon ਤੇ ਨੰਬਰ 1 ਤੇ ਚੱਲ ਰਹੀ ਹੈ ਇਨ ਐਪੀਡੈਮੀਓਲੋਜੀ। ਲੇਕਿਨ ਇਸ ਵੀਡੀਓ ਦਾ ਮਕਸਦ ਇਹ ਹੈ ਕਿ ਤੁਹਾਨੂੰ ਜਾਗਰੂਕ ਕਰਾਇਆ ਜਾਏ ਕਿ ਕਿਸ ਤਰ੍ਹਾਂ ਆਪਣੇ ਹੀ ਘਰ ਵਿੱਚ ਤੁਸੀਂ ਬੁਖਾਰ, ਖਾਂਸੀ, ਜ਼ੁਕਾਮ ਦਾ ਇਲਾਜ ਕਰ ਸਕਦੇ ਹੋ। ਕੋਰੋਨਾ ਦੇ ਟਾਈਮ ਕਿਹਾ ਗਿਆ ਲੋਕਾਂ ਦੀ ਆਕਸੀਜਨ ਘਟ ਰਹੀ ਹੈ, ਬ੍ਰੈਥਲੈਸਨੈਸ ਵੱਧ ਰਹੀ ਹੈ, ਸਿਲੰਡਰ ਲੈ ਕੇ ਆਓ। ਲੇਕਿਨ ਕੀ ਤੁਸੀਂ ਆਪਣੇ ਘਰ ਵਿੱਚ ਹੀ ਇੱਕ ਸਿਲੰਡਰ ਬਣਾ ਸਕਦੇ ਹੋ ਜਿਸ ਦੇ ਨਾਲ ਤੁਹਾਡਾ ਘਰ ਵਿੱਚ ਹੀ ਆਕਸੀਜਨ ਵੱਧ ਜਾਵੇ, ਘਰ ਵਿੱਚ ਹੀ ਬੁਖਾਰ ਠੀਕ ਹੋ ਜਾਵੇ? ਕੋਈ ਦਵਾਈਆਂ, ਐਕਸਪੈਰੀਮੈਂਟਲ ਦਵਾਈਆਂ ਜਿਵੇਂ ਰੈਮਡੈਸਿਵਿਰ, ਫੈਵੀਪਿਰਾਵਿਰ, ਇਸ ਤਰ੍ਹਾਂ ਦੀ ਤੁਹਾਡੇ ਉੱਤੇ ਐਕਸਪੈਰੀਮੈਂਟ ਨਾ ਕੀਤੀ ਜਾਣ। ਕਿੰਨੇ ਲੋਕਾਂ ਦੇ ਉੱਤੇ ਕਰੋਨਾ ਕਾਲ ਵਿੱਚ ਇਹ ਦਵਾਈਆਂ ਐਕਸਪੈਰੀਮੈਂਟ ਹੋਈ ਔਰ ਇਹਨਾਂ ਦਵਾਈਆਂ ਕਰਕੇ ਕਿੰਨੀਆਂ ਲੋਕਾਂ ਦੀ ਕਿਡਨੀਆਂ ਫੇਲ ਹੋਈਆਂ। ਸੋ ਲੋਕੀ ਦਵਾਈਆਂ ਕਰਕੇ ਮਰਨ ਲੱਗ ਪਏ, ਲੇਕਿਨ ਕਹਿ ਦਿੱਤਾ ਗਿਆ ਕਿ ਇਹ ਤਾਂ ਕਰੋਨਾ ਨਾਲ ਮਰਿਆ ਜਾ ਰਿਹਾ ਹੈ। ਹਸਪੀਟਲਸ ਦੇ ਅੰਦਰ ਵੈਂਟੀਲੇਟਰ ਤੇ ਚੰਗੇ ਭਲੇ ਬੰਦੇ ਨੂੰ ਵੈਂਟੀਲੇਟਰ ਤੇ ਪਾ ਕੇ ਕਈਆਂ ਨੂੰ ਮਾਰਿਆ ਗਿਆ। ਲੇਕਿਨ ਅਗਰ ਤੁਸੀਂ ਘਰ ਵਿੱਚ ਰਹਿੰਦੇ ਤੁਹਾਡੇ ਬਚਣ ਦੇ, ਸਰਵਾਈਵਲ ਦੇ ਚਾਂਸਸ ਜ਼ਿਆਦਾ ਸੀਗੇ। ਇਹ ਅੱਜ ਲੋਕਾਂ ਦੇ ਸਾਹਮਣੇ ਗੱਲ ਆ ਚੁੱਕੀ ਹੈ। ਸੋ ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਦਾ ਹਾਂ ਕਿ ਉਸ ਤੋਂ ਪਹਿਲਾਂ ਕਿ ਐਮਰਜੈਂਸੀ ਆਏ, ਅਗਲੀ ਵੇਵ ਆਏ, ਅਗਲੇ ਨਵੇਂ ਵਾਇਰਸ ਆਏ, ਤੁਸੀਂ ਆਪਣੇ ਆਪ ਨੂੰ ਐਮਪਾਵਰ ਕਰੋ, ਆਪਣੇ ਆਪ ਨੂੰ ਟ੍ਰੇਨ ਕਰੋ ਕਿ ਕਿਸ ਤਰ੍ਹਾਂ ਮੈਂ ਇਸ ਤੋਂ ਬਚ ਸਕਦਾ ਹਾਂ।
ਸੋ ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਹਾਂ ਕਿ ਇਹ ਨਵੀਂ ਬੁੱਕ ਦ ਸ਼ੌਕਿੰਗ ਟਰੂਥ ਆਫ ਪੈਰਾਸੀਟਾਮੋਲ ਆ ਹੈਂਡਬੁੱਕ ਫॉर ਇਫੈਕਟਿਵ ਮੈਨੇਜਮੈਂਟ ऑफ फीवर एंड फ्लू विदाउट ड्रग्स ਇਹ ਬੁੱਕਸ ਤੱਕ ਲਾਂਚ ਹੋ ਚੁੱਕੀ ਹੈ ਔਰ ਇਸ ਪੁਸਤਕ ਦੇ ਅੰਦਰ ਕਿਵੇਂ ਆਪਣੇ ਆਪ ਨੂੰ ਘਰ ਵਿੱਚ ਠੀਕ ਕਰਨਾ ਹੈ ਇਹ ਸਾਰੀ ਟ੍ਰੇਨਿੰਗ ਦਿੱਤੀ ਹੋਈ ਹੈ। ਇਸ ਬੁੱਕ ਨੂੰ ਪੜ੍ਹਨ ਤੋਂ ਬਾਅਦ ਤੁਹਾਨੂੰ ਸਾਰਾ ਖੇਲ ਸਮਝ ਆ ਜਾਏਗਾ ਕਿ ਸਾਨੂੰ ਬੁਖਾਰ ਖਾਂਸੀ ਜ਼ੁਕਾਮ ਹੁੰਦਾ ਹੀ ਕਿਉਂ ਹੈ ਔਰ ਦਵਾਈਆਂ ਲੈਣ ਦਾ ਕਿਉਂ ਨੁਕਸਾਨ ਹੁੰਦਾ ਹੈ ਔਰ ਜੇ ਅਸੀਂ ਇਸ ਨੂੰ ਘਰ ਵਿੱਚ ਠੀਕ ਕਰਨਾ ਚਾਹੀਏ ਤੇ ਕਿਸ ਤਰ੍ਹਾਂ ਕਰ ਸਕਦੇ ਹਾਂ। ਜੇ ਸਾਡਾ ਬੁਖਾਰ 102 ਤੋਂ ਉੱਤੇ ਚਲੇ ਜਾਏ ਤੇ ਫੀਵਰ ਨੂੰ ਕਿਵੇਂ ਨੈਚੁਰਲੀ ਮੈਨੇਜ ਕਰਨਾ ਹੈ ਵਿਦਾਊਟ ਡਰੱਗਸ ਔਰ ਆਕਸੀਜਨ ਅਗਰ ਘਟਣੀ ਸ਼ੁਰੂ ਹੋ ਜਾਏ ਤੇ ਘਰ ਵਿੱਚ ਹੀ ਆਪਣੇ ਆਪ ਨੂੰ ਕਿਸ ਤਰ੍ਹਾਂ ਪੋਸਚਰਲ ਮੈਡੀਸਿਨ ਦੇ ਨਾਲ ਆਪਣੀ ਆਕਸੀਜਨ ਨੂੰ ਵਧਾਉਣਾ ਹੈ ਕਿਉਂਕਿ ਹਸਪੀਟਲ ਦੇ ਵੈਂਟੀਲੇਟਰ ਤੇ ਅਗਰ ਤੁਸੀਂ ਜਾਓਗੇ ਤੇ ਉੱਥੇ ਤੁਹਾਡਾ ਲੰਗ ਇੰਜਰੀ ਹੋ ਸਕਦੀ ਹੈ, ਤੁਹਾਡੇ ਆਕਸੀਜਨ ਟੌਕਸਿਸਿਟੀ ਹੋ ਸਕਦੀ ਹੈ, ਨਿਮੋਨੀਆ ਹੋ ਸਕਦਾ ਹੈ, ਹੋਰ ਵੀ ਬਹੁਤ ਸਾਰੇ ਪ੍ਰੋਬਲਮਸ ਵੈਂਟੀਲੇਟਰ ਨਾਲ ਐਸੋਸੀਏਟਡ ਨੇ ਔਰ ਪੈਸੇ ਵੀ ਜਾਂਦੇ ਨੇ, ਬੰਦਾ ਵੀ ਨਹੀਂ ਬਚਦਾ। ਸੋ ਬੈਸਟ ਇਜ਼ ਕਿ ਆਪਣਾ ਰਿਸਰਚ ਆਪ ਕਰੋ, ਆਪਣੇ ਡਾਕਟਰ ਆਪ ਬਣੋ ਐਂਡ ਦਿਸ ਬੁੱਕ ਵਿਲ ਹੈਲਪ ਯੂ ਇਨ ਦਿਸ ਪ੍ਰੋਸੈਸ। ਥੈਂਕ ਯੂ ਸੋ ਮਚ ਫॉर ਵਾਚਿੰਗ ਦਿਸ ਵੀਡੀਓ ਐਂਡ ਆਪ ਸਾਰਿਆਂ ਨੂੰ ਰਿਕੁਐਸਟ ਹੈ ਇਸ ਵੀਡੀਓ ਨੂੰ ਸਾਰਿਆਂ ਤੱਕ ਸ਼ੇਅਰ ਕਰ ਦਿਵੋ ਤਾਂ ਕਿ ਇਹ ਜਾਣਕਾਰੀ ਹਰ ਘਰ ਤੱਕ ਪਹੁੰਚ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।